ਲੁਧਿਆਣਾ ਸਿਵਲ ਤਾਂ ਸਿਰਫ और सिर्फ डॉप टेस्ट का या फिर पोस्टमार्टम कराने का अड्डा बन के रह गया। बाथरूम कई बंद पे है, कई गंदे पे है। फिर की कहना चाहते हो? मैं कहना चाहता तुम एक बार बस बाथरूम 'ਚ ਚੱਲ ਜਾਓ, ਮੁੜ ਕੇ ਤੁਸੀਂ ਪੈਦਲ ਤਾਂ ਚੱਲਦੇ ਜਾਓਗੇ, ਵਾਪਸ ਆਣਾ ਤੁਹਾਡਾ ਔਖਾ ਜਾਣਾ। ਇਹ ਕਮਰੇ ਨੂੰ ਤਾਲਾ ਆ ਹੁਣੇ ਲਾਈਟ ਇਸ ਕਮਰੇ ਦੀ ਵੀ ਚੱਲਦੀ ਪਈ ਸੀ, ਆ ਹੁਣੇ ਬੰਦ ਕੀਤਾ। ਉਹ ਪਾਣੀ ਉਹ ਮੱਛਰਾਂ ਦੇ ਹਾਲਾਤ ਬੁਰੇ ਹੈ, ਪੱਖੇ ਚੱਲਦੇ ਨਹੀਂ ਪਏ ਹੈਗੇ। ਆਪ ਸਾਰੇ ਅਫਸਰ ਜਿਹੜੇ ਹੈਗੇ ਆ ਐਸਐਮਓ ਸੀਐਮਓ ਏਸੀ ਵਾਲੇ ਕਮਰਿਆਂ 'ਚ ਬੈਠੇ ਹੋਣਗੇ। ਲੇਕਿਨ ਇਹਨਾਂ ਲੋਕਾਂ ਦਾ ਦੇਖੋ, ਇਹ ਲੋਕੀ ਜਿਹੜੇ ਚੂਹੇ ਫਿਰਦੇ ਨੇ ਅੱਧਾ ਕਿਲੋ ਦੇ ਜੀ। ਦੱਸੋ ਬਿਮਾਰੀਆਂ 'ਚ ਕੌਣ ਬੰਦਾ ਇੱਥੇ ਆਪਦੇ ਘਰ ਵਾਲੀ ਨੂੰ ਲੈ ਕੇ ਆਊਗਾ? ਪਿੱਛੇ ਦੇ ਲੋ ਕੀ ਹਾਲ ਹੋ ਰਿਹਾ ਤੁਹਾਡੇ ਜੀ। ਬਸ ਕਿਤੇ ਸੱਚੇ ਕੁਮਾਰ ਯਾਦਵ ਜੀ ਇਹਨੂੰ ਸਸਤਾ ਤੇ ਵਧੀਆ ਹਸਪਤਾਲ ਦੱਸਿਆ ਜਾਂਦਾ। ਜਿਸ ਦਿਨ ਬਦਲਾਵ ਉਸ ਦਿਨ ਆਊਗਾ ਨੇਹਾ ਜੀ, ਜਿਸ ਦਿਨ ਡੀਐਮਸੀ ਸੀਐਮਸੀ ਤੋਂ ਲੋਕੀ ਜੈਗੁਆਰ ਗੱਡੀਆਂ ਲੈ ਕੇ ਇੱਥੇ ਇਲਾਜ ਕਰਾਉਣ ਆ ਗਏ। ਉਹ ਨਹੀਂ ਹੋਣਾ। ਇੱਥੇ ਮਰੀਜ਼ ਮਰਦਾ ਰਵੇ, ਐਂਡ 'ਚ ਉਹਨੂੰ ਜਵਾਬ ਦਿੱਤਾ ਜਾਂਦਾ ਕਿ ਰੈਫਰ ਟੂ ਪਟਿਆਲਾ ਜਾਂ ਰੈਫਰ ਟੂ ਪੀਜੀਆਈ ਜੀ। ਤੇ ਕੁਮਾਰ ਗੌਰਵ ਜੀ ਤੁਸੀਂ ਹੀ ਕਿਉਂ ਮੁੱਦਾ ਚੱਕਦੇ ਹੋ ਜੀ? ਨੇਹਾ ਜੀ ਕਹਿੰਦੇ ਐ ਬੋਲਦਾ ਉਹੀ ਹੈ ਜਿਹੜਾ ਜ਼ਿੰਦਾ ਹੁੰਦਾ ਵਾ, ਮੁਰਦੇ ਬੋਲਾ ਨਹੀਂ ਕਰਦੇ, ਮੁਰਦੇ ਬੋਲਦੇ ਨਹੀਂ ਹੁੰਦੇ। ਮੈਂ ਮੁਰਦਾ ਨਹੀਂ ਹਾਂ ਯਾਰ। ਨੇਹਾ ਜੀ ਇਹ ਸਿਵਲ ਹਸਪਤਾਲ ਹੈ, ਇਹ ਲੁਧਿਆਣੇ ਸ਼ਹਿਰ ਦਾ ਇਕਲੌਤਾ ਉਹ ਸਿਵਲ ਹਸਪਤਾਲ ਹੈ ਜਿੱਥੇ ਜਦੋਂ ਕੋਈ ਪੇਸ਼ੈਂਟ ਇੱਥੇ ਆਂਦਾ ਹੋਵੇ ਨਾ, ਤੇ ਜੇ ਉਹਦਾ ਐਕਸੀਡੈਂਟ ਹੋਇਆ ਹੋਵੇ, ਖੂਨੋ ਖੂਨ ਹੋਵੇ, ਉਹਨੂੰ ਹੋਸ਼ ਨਾ ਹੋਵੇ, ਜੇ ਕਿਤੇ ਗਲਤੀ ਨਾਲ ਇਸ ਹਸਪਤਾਲ ਦੇ ਐਂਟਰ ਤੇ ਆ ਕੇ ਉਹਨੂੰ ਹੋਸ਼ ਆ ਜਾਵੇ ਤੇ ਉਹ ਦੇਖ ਲਵੇ ਸਿਵਲ ਹਸਪਤਾਲ, ਤਾਂ ਨੇਹਾ ਜੀ ਚਲਦੀ ਐਂਬੂਲੈਂਸ ਤੋਂ ਛਾਲ ਮਾਰ ਕੇ ਭੱਜ ਲੈਂਦਾ। ਉਹ ਕਹਿੰਦਾ ਇਸ ਨੂੰ ਚੰਗਾ ਤਿਲ ਮਰਨ ਨਾਲੋਂ ਇੱਥੇ, ਕਿਉਂਕਿ ਇੱਥੇ ਕੋਈ ਸੁਵਿਧਾਵਾਂ ਨਾਮ ਤੇ ਚੀਜ਼ ਨਹੀਂ, ਕੋਈ ਪੁੱਛਣ ਵਾਲਾ ਨਹੀਂ, ਤੇ ਉਹ ਕਹਿੰਦਾ ਇਹਦੇ ਨਾਲੋਂ ਚੰਗਾ ਤਾਂ ਇਹੀ ਹੈਗਾ ਕਿ ਮੈਂ ਖੁਦ ਸ਼ਮਸ਼ਾਨ ਜਾ ਕੇ ਛਿਤਾ ਤੇ ਲੇਟ ਜਾਊਗਾ ਜੀ। ਸੋ ਹਾਲਾਤ ਬੱਤੋਂ ਬੱਤਰ ਹੈ। ਤੁਸੀਂ ਦੇਖੋ ਇਹ ਸਿਵਲ ਹਸਪਤਾਲ ਦੇ ਮੈਂ ਹਾਲਾਤ ਤੁਹਾਨੂੰ ਦਿਖਾਏ ਹੈ ਕਿ ਇਹ ਜਿਸ ਬਿਲਡਿੰਗ ਦੇ ਵਿੱਚ ਆਪਾਂ ਖੜੇ ਆ, ਇਹ ਬਿਲਡਿੰਗ ਦੇ ਸਾਹਮਣੇ ਐਸਐਮਓ ਮੈਡਮ ਦਾ ਕਮਰਾ, ਉਹਦੇ ਬਿਲਕੁਲ ਠੀਕ ਸਾਹਮਣੇ ਲਿਫਟ ਲੱਗੀ ਹੋਈ ਹੈਗੀ ਹੈ। ਉਹ ਲਿਫਟ 2014 ਦੀ ਲੱਗੀ ਹੈ। 2014 ਤੋਂ ਲੈ ਕੇ ਹੁਣ ਤੋਂ ਕਦੀ ਲਿਫਟ ਚੱਲੀ ਨਹੀਂ ਹੈਗੀ ਹੈ, ਕਦੀ ਲਿਫਟ ਚੱਲੀ ਨਹੀਂ ਹੈ। ਤੁਸੀਂ ਸੋਚ ਕੇ ਦੇਖੋ ਕਿ ਉਹ ਲਿਫਟ ਕਦੀ ਚੱਲੀ ਨਾ ਹੋਵੇ 2014 ਤੋਂ ਲੈ ਕੇ ਅੱਜ 2023 ਹੋ ਗਿਆ ਵਾ। ਸੋ ਆਲਮ ਕੀ ਹੈ? ਇਹ ਉਹ ਬਿਲਡਿੰਗ ਹੈ। ਇਸ ਬਿਲਡਿੰਗ ਨੂੰ ਜੱਚਾ ਬੱਚਾ ਵਾਰਡ ਵਾਲੀ ਬਿਲਡਿੰਗ ਕਿਹਾ ਜਾਂਦਾ ਵਾ। ਇਸ ਬਿਲਡਿੰਗ ਨੂੰ ਕਿਹਾ ਜਾਂਦਾ ਵਾ ਕਿ ਇੱਥੇ ਗਾਇਨੀ ਬਿਲਡਿੰਗ ਹੈ, ਗਾਇਨਾ ਕਾਲਜਸ ਇੱਥੇ ਹੁੰਦੇ ਆ। ਇਹ ਸਾਰੀ ਬਿਲਡਿੰਗ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਵਾ। ਸੋਚ ਕੇ ਦੇਖੋ ਜੇ ਕਿਸੇ 7 ਮਹੀਨੇ 8 ਮਹੀਨੇ ਕਿਸੇ ਲੇਡੀ ਦਾ ਰੱਬ ਨਾ ਕਰੇ, ਮੇਰੀ ਮਾਂ ਦਾ, ਮੇਰੀ ਭੈਣ ਦਾ ਕੋਈ ਕੇਸ ਵਿਗੜ ਜਾਵੇ ਇਸ ਹਸਪਤਾਲ ਦੇ ਵਿੱਚ, ਤਾਂ ਸੋਚ ਕੇ ਦੇਖੋ ਉਹ ਪੌੜੀਆਂ ਜਲਦੀ ਚੜ੍ਹਨ ਦੀ ਬਜਾਏ ਸੋਚੇ ਜੇ ਲਿਫਟ ਹੋਏਗੀ ਤਾਂ ਮੈਂ ਜਲਦੀ ਚਲਾ ਜਾਵਾਂਗੀ, ਲੇਕਿਨ ਲਿਫਟ ਕਦੀ ਚੱਲਦੀ ਨਹੀਂ ਹਸਪਤਾਲ ਦੀ। ਔਰ ਮਜ਼ੇਦਾਰ ਗੱਲ, ਅੱਜ ਤੋਂ ਕੋਈ 2 ਸਾਲ ਪਹਿਲਾਂ ਕਿਸੇ ਮੰਤਰੀ ਸੰਤਰੀ ਨੇ ਇੱਥੇ ਆਉਣਾ ਸੀ ਤਾਂ ਉਹਨੇ ਦੌਰਾ ਕਰਨਾ ਸੀ, ਉਹਦਾ ਕਹਿਣਾ ਸੀ ਕਿ ਭਾਈ ਤੁਹਾਡੇ ਹਸਪਤਾਲ ਦੇ ਵਿੱਚ ਸੁਣਿਆ ਵੈ ਕਿ ਮੰਜ਼ਿਲਾਂ ਵੀ ਹੈਗੀਆਂ ਜੀ, ਤੇ ਮੇਰੇ ਤਾਂ ਗੋਡੇ ਗਿੱਟੇ ਖਰਾਬ ਆ, ਮੈਂ ਕਿੱਥੋਂ? ਉਹ ਕਹਿੰਦੇ ਜੀ ਲਿਫਟ ਹੈਗੀ ਹੈ। ਲਿਫਟ ਠੀਕ ਕਰਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਲਿਫਟ ਇਹਨਾਂ ਕੋਲ ਠੀਕ ਹੋਈ ਨਹੀਂ। ਔਰ ਉਦੋਂ ਤੋਂ ਲੈ ਕੇ 2 ਸਾਲ 3 ਸਾਲ ਤੋਂ ਲੈ ਕੇ ਹੁਣ ਤੱਕ ਲਿਫਟ ਕਦੀ ਠੀਕ ਹੋਈ ਨਹੀਂ, ਕਦੀ ਚੱਲੀ ਨਹੀਂ। ਜਦੋਂ ਦੀ ਲੱਗੀ ਹੈ ਲਿਫਟ ਕਦੀ ਚੱਲੀ ਨਹੀਂ। ਕਾਰਨ ਕੀ ਹੈ ਕਿ ਲਿਫਟ ਜਿਹੜੀ ਉਹ ਨਹੀਂ ਚੱਲਦੀ? ਧੂਫਰਤ ਕਾਈ ਜਾਵੇ ਤਾਂ ਹੋਰ ਕੀ ਕਰਾਈ ਜਾਵੇ। ਔਰ ਉਹ ਮੰਤਰੀ ਸੰਤਰੀ ਜਿਹੜੇ ਸੀਗੇ ਉਹਨਾਂ ਦਾ ਸੁਣਿਆ ਕਿ ਦੌਰਾ ਕੈਂਸਲ ਹੋ ਗਿਆ। ਸੋ ਹੁਣ ਵੀ ਮੈਂ ਇਹੀ ਕਹਿਣਾ ਚਾਹੂੰਗਾ, ਕੋਈ ਵੀ ਮੰਤਰੀ ਸੰਤਰੀ ਇੱਥੇ ਆਉਣਾ ਚਾਹਵੇ ਸਿਵਲ ਹਸਪਤਾਲ, ਜਿਹਦੇ ਗੋਡੇ ਗਿੱਟੇ ਖਰਾਬ ਹੋਣ ਨਾ ਆਓ ਬਾਈ ਜੀ, ਇੱਥੇ ਲਿਫਟ ਨਹੀਂ ਚੱਲਦੀ। ਲੇਕਿਨ ਪੇਸ਼ੈਂਟ ਕੀ ਕਰਨ? ਤਾਂ ਮਰਨ ਲਈ ਹੈ। ਬਿਲਕੁਲ ਹਾਲਾਤ ਬੱਤੋਂ ਬੱਤਰ ਹੈ। ਬਿਲਡਿੰਗਾਂ ਦੇ ਬਾਥਰੂਮ ਕਈ ਬੰਦ ਪਏ ਹੈ, ਕਈ ਗੰਦੇ ਪਏ ਹੈ। ਆਹ ਬਿਲਡਿੰਗ ਤੇ ਤੁਸੀਂ ਪਿੱਲਰ ਦੇਖੋ, ਆ ਤਰੇੜ ਇਸ ਬਿਲਡਿੰਗ ਤੇ ਸਾਰੀ ਤਰੇੜ, ਇਹ ਪਿੱਲਰ ਤੇ ਸਾਰੀ ਤਰੇੜ ਸਲਾਬ ਜਰਜਰ ਕਰਦੀ ਬਿਲਡਿੰਗ ਹੈ। ਇਹ ਕਿਸੇ ਵੇਲੇ ਵੀ ਆ ਕੁਛ ਵੀ ਇੱਥੇ ਆ ਦੇਖੋ, ਆਹ ਲੋਹੇ ਦੇ ਪੱਚ ਇਸੇ ਲਈ ਲਗਾਏ ਗਏ ਆ ਤਾਂ ਕਿ ਤਰੇੜਾਂ ਨੂੰ ਕਵਰ ਕੀਤਾ ਜਾਣ ਜਾਂ ਤਰੇੜਾਂ ਨਜ਼ਰ ਨਾਲ ਸਕਰੂ ਤੱਕ ਲਾਤੇ ਗਏ। ਇਹ ਉੱਪਰ ਵੀ ਸੱਤ ਤੇ ਆ ਦੇਖੋ, ਆਹ ਲੈਂਟਰ ਚੋਂਦਾ ਪਿਆ ਵਾ, ਇਸ ਬਿਲਡਿੰਗ ਦਾ ਲੈਂਟਰ ਚੋਂਦਾ ਪਿਆ। ਔਰ ਜਗ੍ਹਾ ਤੇ ਪਾਣੀ ਦੇਖੋ, ਉਹ ਮੱਛਰ, ਉਹ ਸੀਵਰੇਜ ਬਲੋਕੇਜ ਹੈ। ਸੀਵਰੇਜ ਹੈ ਪਾਰਕ ਦੇ ਵਿੱਚ ਜਿੱਥੇ ਬੱਚੇ ਝੂਲੇ ਲੈਂਦੇ ਪਏ ਸੀ ਥੋੜੀ ਦੇਰ ਪਹਿਲਾਂ, ਉੱਥੇ ਮੱਛਰ। ਕਿਤੇ ਕਿਹਾ ਜਾਂਦਾ ਹਸਪੀਟਲ ਦੇ ਵਿੱਚ ਆ ਕੇ ਬੰਦਾ ਸਵਸਥ ਹੋ ਜਾਂਦਾ, ਪਰ ਇਦਾਂ ਦੇ ਹਾਲਾਤ ਦੇਖ ਕੇ ਇਦਾਂ ਲੱਗਦਾ ਕਿ ਜਿਹੜਾ ਬੰਦਾ ਸਵਸਥ ਨਹੀਂ ਉਹ ਤਾਂ ਬਿਮਾਰੀ ਹੋ ਕੇ ਜਾਊਗਾ। ਤੇ ਉਹ ਤਾਂ ਹੈ ਹੀ ਹੈ, ਬਿਮਾਰ ਹੋ ਕੇ ਆਪਣੇ ਆਪ ਹੀ ਜਾਣਾ। ਤੁਹਾਨੂੰ ਮੈਂ ਦਿਖਾਣਾ ਇੱਥੇ ਮਰੀਜ਼ਾਂ ਦੇ ਰਿਸ਼ਤੇਦਾਰ ਬੈਠੇ, ਮਰੀਜ਼ ਕੀ ਕਹਿੰਦੇ ਪਏ। ਆ ਪਹਿਲਾਂ ਤਾਂ ਦੇਖ ਲਓ, ਆ ਕਮਰੇ ਨੂੰ ਤਾਲਾ, ਆ ਹੁਣੇ ਲਾਈਟ ਇਸ ਕਮਰੇ ਦੀ ਵੀ ਚੱਲਦੀ ਪਈ ਸੀ, ਆ ਹੁਣੇ ਬੰਦ ਕੀਤਾ। ਆ ਬਾਥਰੂਮ ਲੱਗੇ ਹੋਏ, ਇਹ ਬਾਥਰੂਮ ਬੰਦ ਪਏ ਹੈਗੇ ਆ। ਉਹ ਪਾਣੀ, ਉਹ ਮੱਛਰਾਂ ਦੇ ਹਾਲਾਤ ਬੁਰੇ ਆ। ਇਹ ਰਿਸ਼ਤੇਦਾਰਾਂ ਨਾਲ ਬੈਠੇ ਤੇ ਇੱਕ ਸੋਟੀ ਹੁਣੇ ਖੜੀ ਕੀਤੀ ਹੋਈ ਸੀਗੀ, ਉਹ ਸੋਟੀ ਤੇ ਰਾਤ ਭਰ ਇੱਕ ਲੇਡੀਜ਼ ਨੂੰ ਗਲੂਕੋਸ ਲੱਗਿਆ ਅੰਦਰ। ਇਸੇ ਬਿਲਡਿੰਗ ਦੇ ਅੰਦਰ ਉੱਪਰ ਆਪਰੇਸ਼ਨ ਥੀਏਟਰ ਹੈਗਾ ਵਾ, ਲਿਫਟ ਜਿੰਦੀ ਬੰਦ ਹੈਗੀ, ਇੱਧਰੋਂ ਵੀ ਬੰਦ ਹੈ ਉੱਧਰੋਂ ਵੀ ਬੰਦ ਹੈ, ਲਿਫਟ ਕਦੀ ਚੱਲੀ ਨਹੀਂ। ਜਾ ਕੇ ਦੇਖੋ ਕਿ ਕਿਵੇਂ ਟਾਈਲਾਂ ਬੈਠੀਆਂ ਪਈਆਂ ਵਾ, ਕਿਵੇਂ ਟਾਈਲਾਂ ਬੈਠੀਆਂ ਪਈਆਂ। ਪੀਣ ਵਾਲੇ ਪਾਣੀ ਦਾ ਵਾਟਰ ਕੂਲਰ ਦਾ ਕੀ ਹਾਲ ਹੈ, ਬਾਥਰੂਮਾਂ ਦੀ ਅੰਦਰ ਕੀ ਹਾਲਤ ਹੈਗਾ ਵਾ, ਪੱਖੇ ਚੱਲਦੇ ਨਹੀਂ ਪਏ ਹੈਗੇ। ਆਪ ਸਾਰੇ ਅਫਸਰ ਜਿਹੜੇ ਹੈਗੇ ਆ ਐਸਐਮਓ ਸੀਐਮਓ ਏਸੀ ਵਾਲੇ ਕਮਰਿਆਂ 'ਚ ਬੈਠੇ ਹੋਣਗੇ। ਲੇਕਿਨ ਇਹਨਾਂ ਲੋਕਾਂ ਦਾ ਦੇਖੋ, ਇਹ ਲੋਕੀ ਜਿਹੜੇ ਚੂਹੇ ਫਿਰਦੇ ਨੇ ਅੱਧਾ ਕਿਲੋ ਦੇ ਜੀ। ਦੱਸੋ ਬਿਮਾਰੀਆਂ 'ਚ ਕੌਣ ਬੰਦਾ ਇੱਥੇ ਆਪਦੇ ਘਰ ਵਾਲੀ ਨੂੰ ਲੈ ਕੇ ਆਊਗਾ? ਪਿੱਛੇ ਦੇ ਲੋ ਕੀ ਹਾਲ ਹੋ ਰਿਹਾ ਤੁਹਾਡੇ ਜੀ। ਬਿਲਕੁਲ ਦੱਸੋ ਜੀ, ਗਰੀਬ ਆਦਮੀ ਦੀ ਕਿਹੜੀ ਸੁਣਵਾਈ ਹੈ ਉਰੇ? ਕੋਈ ਸੁਣਵਾਈ ਨਹੀਂ ਹੈਗੀ ਜੀ ਗਰੀਬ ਆਦਮੀ ਦੀ ਤਾਂ ਉਰੇ।
ਬਸ ਕਿਤੇ ਨਾ ਕਿਤੇ ਸੱਚੇ ਕੁਮਾਰ ਯਾਦਵ ਜੀ ਇਹਨੂੰ ਸਸਤਾ ਤੇ ਵਧੀਆ ਹਸਪਤਾਲ ਦੱਸਿਆ ਜਾਂਦਾ ਮੈਂ ਨਹੀਂ ਕਹਿ ਰਿਹਾ ਇਹ ਹਸਪਤਾਲ ਦੇ ਉਹ ਗਰੀਬ ਲੋਕ ਕਹਿ ਰਹੇ ਹੈਗੇ ਆ ਜਿਹੜੇ ਇੱਥੇ ਇਲਾਜ ਕਰਾਉਣ ਆਉਂਦੇ ਆ। ਜਿਸ ਦਿਨ ਬਦਲਾਵ ਉਸ ਦਿਨ ਆਊਗਾ ਨੇਹਾ ਜੀ, ਜਿਸ ਦਿਨ ਡੀਐਮਸੀ ਸੀਐਮਸੀ ਤੋਂ ਲੋਕੀ ਜੈਗੁਆਰ ਗੱਡੀਆਂ ਲੈ ਕੇ ਇੱਥੇ ਇਲਾਜ ਕਰਾਉਣ ਆ ਗਏ। ਉਹ ਨਹੀਂ ਹੋਣਾ, ਉਹ ਨਹੀਂ ਹੋਣਾ, ਕਿਉਂਕਿ ਇੱਥੇ ਸਫਾਈ ਦਾ ਆਲਮ ਇਹ ਹੈ, ਹਾਲਾਤ ਇਹ ਹੈ, ਇੱਥੇ ਮਰੀਜ਼ ਮਰਦਾ ਰਵੇ, ਐਂਡ ਤੇ ਉਹਨੂੰ ਜਵਾਬ ਦਿੱਤਾ ਜਾਂਦਾ ਕਿ ਰੈਫਰ ਟੂ ਪਟਿਆਲਾ ਜਾਂ ਰੈਫਰ ਟੂ ਪੀਜੀਆਈ। ਤਾਂ ਫਿਰ ਕਾਹਦੇ ਲਈ ਹਸਪਤਾਲ ਹੈ? ਪੰਜਾਬ ਦਾ ਲੁਧਿਆਣੇ ਸ਼ਹਿਰ ਦਾ ਸਭ ਤੋਂ ਵੱਡਾ ਇਹ ਸਿਵਲ ਹਸਪਤਾਲ ਹੈ। 40 ਤੋਂ 50 ਲੱਖ ਦੀ ਆਬਾਦੀ ਨੂੰ ਲੱਗਦਾ ਸਿਵਲ ਹਸਪਤਾਲ ਹੈ। ਇਸ ਹਸਪਤਾਲ ਦੇ ਵਿੱਚ ਜਿਹੜੇ ਕਲਾਸ 4 ਜਾਂ ਜਿਹੜੇ ਕੱਚੇ ਮੁਲਾਜ਼ਮ ਹੈ 4500 ਰੁਪਏ ਸਿਰਫ ਤਨਖਾਹ ਹੈ ਉਹਨਾਂ ਦੀ। 3-3 ਮਹੀਨੇ ਤੋਂ ਤਨਖਾਹ ਨਹੀਂ ਮਿਲੀ, 3-3 ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਸੋ ਕਿੱਥੇ ਸਾਡਾ ਸਿਸਟਮ, ਕਿੱਥੇ ਹਾਲਾਤ? ਡਾਕਟਰ ਕੋਈ ਪੇਸ਼ੈਂਟਾਂ ਦੇ ਕਸੂਰਵਾਰ ਕਿਹਨੂੰ ਮੰਨਦੇ ਹੋ? ਕਸੂਰਵਾਰ ਸਾਡਾ ਪ੍ਰਸ਼ਾਸਨ, ਸਾਡਾ ਪ੍ਰਸ਼ਾਸਨ ਹੈ ਨੇਹਾ ਜੀ। ਬਾਇਓਮੈਡੀਕਲ ਵੇਸਟ ਅੱਜ ਇੱਥੋਂ ਚੱਕਿਆ ਗਿਆ, ਨਹੀਂ ਤਾਂ ਥਾਂ ਥਾਂ ਤੇ ਬਿਖਰਿਆ ਹੋਇਆ ਸੀਗਾ। ਕਿਸੇ ਦੇ ਪੈਰ ਤੇ ਸਿਰਿੰਜ ਲੱਗ ਜਾਵੇ, ਏਡਜ਼ ਵਰਗੀ ਬਿਮਾਰੀ ਉਹਨੂੰ ਹੋ ਜਾਵੇ, ਕੋਈ ਸੁਣਵਾਈ ਨਹੀਂ ਹੈ। ਸਿਵਲ ਹਸਪਤਾਲ ਸਿਰਫ ਔਰ ਸਿਰਫ ਲੁਧਿਆਣਾ ਸਿਵਲ ਤਾਂ ਸਿਰਫ ਔਰ ਸਿਰਫ ਡੋਪ ਟੈਸਟ ਦਾ ਜਾਂ ਫਿਰ ਪੋਸਟਮਾਰਟਮ ਕਰਾਉਣ ਦਾ ਅੱਡਾ ਬਣ ਕੇ ਰਹਿ ਗਿਆ। ਮੈਨੂੰ ਕਿਹਾ ਗਿਆ ਕਿ ਐਸਐਮਓ ਮੈਡਮ ਨੂੰ ਮਿਲ ਲਓ। ਕਾਹਦੇ ਲਈ ਮਿਲ ਲਵਾਂ? ਕਿਉਂ ਮਿਲ ਲਵਾਂ? ਕਿ ਐਸਐਮਓ ਮੈਡਮ ਰੋਜ਼ ਜੋ ਮੈਂ ਦੇਖਦਾ ਪਿਆ ਆ ਕੇ, ਕਿ ਐਸਐਮਓ ਮੈਡਮ ਦਾ ਫਰਜ਼ ਨਹੀਂ ਬਣਦਾ ਕਿ ਰੋਜ਼ ਆ ਕੇ ਇੱਥੇ ਗੇੜਾ ਮਾਰਨ, ਰੋਜ਼ ਆ ਕੇ ਚੈਕਿੰਗ ਕਰਨ, ਕੀ ਕਮੀਆਂ ਕੀ ਨਹੀਂ ਹੈ ਦੂਰ ਕਰਨ। ਮੇਰੀ ਜਗ੍ਹਾ ਉਹ ਬੈਠਣ ਸਰਕਾਰਾਂ ਦਾ ਕਰਨ ਸਿਆਪਾ ਕਿ ਹਾਲਾਤ ਕੀ ਹੈ ਇਹਨਾਂ ਤੇ ਜੀ। ਤੇ ਕੁਮਾਰ ਗੌਰਵ ਜੀ ਤੁਸੀਂ ਹੀ ਕਿਉਂ ਮੁੱਦਾ ਚੱਕਦੇ ਹੋ? ਪ੍ਰੋਬਲਮ ਤਾਂ ਸਾਰਿਆਂ ਨੂੰ ਆ। ਨੇਹਾ ਜੀ ਜੋ ਤਨ ਲਾਗੇ ਸੋ ਤਨ ਜਾਣੇ। ਨੇਹਾ ਜੀ ਮੈਂ ਲੁਧਿਆਣੇ ਸ਼ਹਿਰ ਦਾ ਵਸਨੀਕ ਹਾਂ, ਮੈਂ ਲੁਧਿਆਣੇ ਸ਼ਹਿਰ 'ਚ ਰਹਿਣਾ, ਮੈਂ ਇੱਥੇ ਜੰਮਪਾਲਾ। ਨੇਹਾ ਜੀ ਇਹ ਲੋਕ ਲੁਧਿਆਣੇ ਸ਼ਹਿਰ ਦੇ ਰਹਿਣ ਵਾਲੇ ਹੈ। ਨੇਹਾ ਜੀ ਮੈਂ ਵੋਟ ਪਾਈ ਹੈ। ਨੇਹਾ ਜੀ ਇਹ ਜਿਹੜੇ ਹਸਪਤਾਲਾਂ 'ਚ ਡਾਕਟਰਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ, ਜਿਹੜੀਆਂ ਲੀਡਰਾਂ ਨੂੰ ਮੰਤਰੀਆਂ ਸੰਤਨ ਤਨਖਾਹਾਂ ਦਿੱਤੀਆਂ ਜਾਂਦੀਆਂ, ਉਹ ਮੇਰੇ ਵਰਗੇ ਪੰਜਾਬ ਦੇ ਕਰੋੜਾਂ ਲੋਕ ਟੈਕਸ ਦਿੰਦੇ ਹੈ। ਤਾਂ ਨੇਹਾ ਜੀ ਤੁਸੀਂ ਪੁੱਛਦੇ ਪਏ ਹੋ ਕਿ ਮੈਂ ਕਿਉਂ ਪਿੱਟਦਾ ਪਿਆ? ਨੇਹਾ ਜੀ ਕਹਿੰਦੇ ਐ ਬੋਲਦਾ ਉਹੀ ਹੈ ਜਿਹੜਾ ਜ਼ਿੰਦਾ ਹੁੰਦਾ ਵਾ, ਮੁਰਦੇ ਬੋਲਾ ਨਹੀਂ ਕਰਦੇ, ਮੁਰਦੇ ਬੋਲਦੇ ਨਹੀਂ ਹੁੰਦੇ। ਮੈਂ ਮੁਰਦਾ ਨਹੀਂ ਹੈ ਯਾਰ। ਜਿਹੜੇ ਮੁਰਦੇ ਹੈ ਉਹ ਨਾ ਬੋਲਣ, ਜਿਹੜੇ ਮੁਰਦੇ ਹੈ ਉਹ ਨਾ ਦੇਖਣ, ਜਿਹੜੇ ਮੁਰਦੇ ਹੈ ਉਹ ਨਾ ਕੁਝ ਕਰਨ। ਲੇਕਿਨ ਜੋ ਹਾਲਾਤ ਹੈ ਉਹ ਬੱਤੋਂ ਬੱਤਰ ਹੈ। ਇਹ ਉਹੀਓ ਲੋਕ ਹੈ ਜਿਹੜੇ ਤੁਹਾਨੂੰ ਵੋਟਾਂ ਪਾ ਕੇ ਸਰ ਤੇ ਬਿਠਾਉਂਦੇ ਹੈ। ਇਹ ਲੋਕਾਂ ਨੇ ਸੋਚਿਆ ਸੀ ਕਿ ਬਹੁਤ ਕੁਝ ਬਦਲੂਗਾ, ਇਹ ਲੋਕਾਂ ਨੇ ਸੋਚਿਆ ਸੀਗਾ ਇੰਜ ਹੋਊਗਾ ਉਂਝ ਹੋਊਗਾ। ਲੇਕਿਨ ਮੈਂ ਤਾਂ ਵਿਜੀਲੈਂਸ ਜਾਂਚ ਮੰਗਦਾ। ਬਿਲਡਿੰਗ ਦੇਖੋ, ਇਹ ਸਭ ਤੋਂ ਨਵੀਂ ਬਿਲਡਿੰਗ ਹੈ ਹਸਪਤਾਲ ਦੀ, ਲੇਕਿਨ ਜਰਜਰ ਹੋ ਰਹੀ ਹੈ। ਕਿਤੇ ਲੈਂਟਰ ਚੋਰੇ ਹੈ, ਕਿਤੇ ਹਾਲਾਤ ਕੁਛ ਹੈ, ਸੀਟਾਂ ਟੁੱਟੀਆਂ ਪਈਆਂ, ਫਲਸ਼ਾਂ ਟੁੱਟੀਆਂ ਪਈਆਂ, ਬਦਬੂ ਮਾਰਦੀਆਂ ਪਈਆਂ, ਟੂਟੀਆਂ ਹੈ ਨਹੀਂ ਹੈ, ਸਫਾਈ ਦਾ ਤਾਂ ਆਲਮ ਹੀ ਨਹੀਂ ਹੈ। ਬਹੁਤ ਬੁਰੀ ਹਾਲਤ ਹੈ ਨੇਹਾ ਜੀ, ਬਹੁਤ ਬੁਰੀ ਹੈ। ਸੋ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਮਾਨ ਸਾਹਿਬ, ਬਹੁਤ ਉਮੀਦਾਂ ਲੋਕਾਂ ਨੂੰ ਤੁਹਾਡੇ ਤੋਂ। ਮਾਨ ਸਾਹਿਬ ਸਿਵਲ ਹਸਪਤਾਲ, ਮਾਨ ਸਾਹਿਬ ਜੇ मोहल्ला क्लिनिक खुले, मान साहब बिल्कुल ठीक है। मान साहब लोगों ने एक्स्ट्रा सुविधा, लेकिन मान साहब मोहल्ला क्लिनिक सिर्फ खांसी जुकाम और बुखार की दवाई मिलती होएगी। ये दसो मान साहब जे किसी का एक्सीडेंट राज होया कि वो मोहल्ला क्लिनिक जाएगा? मान साहब जे किसी दे डिलीवरी होनी है तो मोहल्ला क्लिनिक जाएगा? मान साहब जे किसी का ऑपरेशन होना है, किसी को काले पीलिए का इलाज कराना, किसी ने एड्स का इलाज कराना, किसी ने डॉप टेस्ट करवाना, किसी ने पोस्टमार्टम कराना, तो कि वो मोहल्ला क्लिनिक जाएगा? नहीं मान साहब, वो सिविल हस्पताल ही आएगा। और साडे सिविल हस्पताल बीमार है मान साहब, इन्हां दा इलाज करा दिओ, इन्हां नूं ठीक कर दिओ। मान साहब ये बीमार है। मान साहब जिस दिन लुधियाने शहर के लोग DMC CMC छड्ड के सिविल आण लग जाणगे, उस दिन मैं समझांगा बदलाव आ गया, उस दिन मैं समझांगा सिविल हस्पताल जिंदा है। इधर सिविल हस्पताल अज मरे तो भी बदतर है। आज मैं 3 दिन हो गए मैनू आए नूं, एक बारी ਅਸੀਂ ਨਹਾਣ ਨਹੀਂ ਗਏ, ਮੰਦਰ ਵੜ ਗਏ, ਇੱਕ ਵਾਰੀ ਗਏ ਪਰ ਮੁੜ ਕੇ ਦੁਬਾਰਾ ਨਹੀਂ ਗਏ। ਆ ਨਿਊ ਮੋਤੀ ਨਗਰ ਤੋਂ ਰਹਿੰਦੇ ਵੀਰੇ। ਵਾਸ਼ਰੂਮ ਹੈ ਮੇਰੇ, ਵਾਸ਼ਰੂਮ ਬਾਹਰ ਜਾਈਦਾ ਵੀਰੇ। ਤੁਹਾਡੇ ਘਰ 'ਚ ਕੋਈ ਲੇਡੀ ਐਡਮਿਟ ਹੈ? ਲੇਡੀ ਐਡਮਿਟ ਹੈਗੀ। ਕੋਈ ਪ੍ਰੈਗਨੈਂਸੀ ਕੇਸ ਹੈ? ਹਾਂਜੀ ਪ੍ਰੈਗਨੈਂਸੀ ਹੈ। ਸੋਚ ਕੇ ਦੇਖੋ ਇਹ ਬਾਈ ਕੀ ਕਹਿ ਰਿਹਾ। ਹੁਣ ਤਾਂ ਨਹੀਂ ਮੈਂ ਕਹਿ ਰਿਹਾ, ਹੁਣ ਜਾਣਦੇ ਹੋ ਸਿਵਲ ਹਸਪਤਾਲ 'ਚ ਕੋਈ ਕਿਉਂ ਨਹੀਂ ਬੈਠਣਾ ਚਾਹੁੰਦਾ? ਇਹ ਉਹ ਕਾਰਨ ਹੈ। ਤੁਸੀਂ ਜਾਣ ਬੁੱਝ ਕੇ ਸਿਵਲ ਹਸਪਤਾਲਾਂ ਦੀ ਐਸੀ ਸਰਕਾਰਾਂ ਨੇ ਹਾਲਤ ਬਣਾਈ ਹੋਈ ਹੈ ਤਾਂ ਕਿ ਸਿਵਲ ਦੇ ਵਿੱਚ ਕੋਈ ਵੜੇ ਨਾ। ਲੋਕੀ DMC CMC ਪ੍ਰਾਈਵੇਟ ਹਸਪਤਾਲਾਂ ਜਾਣ, ਕਰੋੜਾਂ ਰੁਪਇਆ ਇੱਥੇ ਖਰਚ ਕਰਨ, ਇਲਾਜ ਕਰਵਾਉਣ। लेकिन जे किसी गरीब को पैसे नहीं है वो कित्थे जावे? सरकारों कित्थे जावे? मोहल्ला क्लिनिक तुहानू धुन्ना साहब सिर्फ खांसी जुकाम या बुखार की दवाई मिलेगी, लेकिन सोच के देखो उत्थे जे टेस्ट भी होंदे ना सिर्फ लैबोरेटरी दे टेस्ट होंदे पे है। 200-300 रुपए का टेस्ट होंदे पे है। जे किसी ने बड़े टेस्ट कराने, कोई MRI करानी, कोई स्कैन करानी है, कोई बड़े टेस्ट कराने हैं, तो उन्होंने बाहर प्राइवेट लुट्टां वाली जगह ते जाना चाहती है। वीर की कहना चाहते हो? मैं कहना चाहता तुसीं एक बारी बस बाथरूम 'ਚ ਚੱਲ ਜਾਓ, ਮੁੜ ਕੇ ਤੁਸੀਂ ਪੈਦਲ ਤਾਂ ਚੱਲਦੇ ਜਾਓਗੇ, ਵਾਪਸ ਆਣਾ ਤੁਹਾਡਾ ਔਖਾ ਹੋ ਜਾਣਾ। ਕਿੱਥੇ ਵੀਰੇ ਬਾਥਰੂਮ? ਆ ਬਾਥਰੂਮ ਆ ਸਾਹਮਣੇ ਹੀ ਹੈਗਾ, ਜਾ ਕੇ ਵੇਖੋ।